ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੀਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹੈ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ। ਸੁਕੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ। ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹਲਾ ਚੌਥਾ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੀ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ ਰਹਾਉ, ਹਰ ਕੇ ਸੰਤ ਸੁਣੋ ਜਨ ਪਾਈ। ਗੁਰ ਸੇਵੋ ਬੇਗ ਬਿਗਾਲੀ, ਸਤਿਗੁਰ ਸੇਵ ਖਰਚ ਹਰ ਬੰਦ ਹੋ। ਮਤ ਜਾਣੋ ਆਜ ਕੇ ਕਾਲੀ, ਹਰ ਕੇ ਸੰਤ ਜਪੋ ਹਰ ਜਪਣਾ। ਹਰ ਸੰਤ ਚਲੈ ਹਰ ਨਾਲੀ, ਜਿਨ ਹਰ ਜਪਿਆ ਸੇ ਹਰ ਹੋਏ। ਹਰ ਮਿਲਿਆ ਕੇਲ ਕੇਲਾਲੀ, ਹਰ ਹਰ ਜਪਣ ਜਪ ਲੋਚ ਲੁਚਾਨੀ। ਹਰ ਕਿਰਪਾ ਕਰ ਬਨਵਾਲੀ, ਜਨ ਨਾਨਕ ਸੰਗਤ ਸਾਧ ਹਰ ਮਿਲੋ। ਹਮ ਸਾਧ ਜਨਾ ਪਗ ਰਾਲੀ, ਹਰ ਹਰ ਜਪਣ ਜਪ ਲੋਚ ਲੁਚਾਨੀ।
हर कृपा कर बनवाली। जन नानक संगत साध हर मिलो। हम साध जना पग राली। वाहिगुरु जी का खालसा वाहिगुरु जी की फतेह। परम सम्मानयोग सतगुरु चवर छतर तखत के मालक हाजरा हजूर जहरा जहूर शब्द गुरु जुगों जुग अटल सतगुरु धन श्री गुरु ग्रंथ साहिब महाराज सच्चे पातशाह जी की पावन पवित्र हजूरी अंदर जुड़ बैठे सतसंगी जनों, आप जी बड़े भागा वाले हो जो सत्कारयोग धन माता राजकौर जी के पावन अस्थान गुरुद्वारा मंजी साहिब विखे अमृत वेले ते दीवाना दी हाजरियां भर रहे हो। नितनेम दी बाणियां तो उपरंत आसा की वार शब्द कीर्तन के नाल आप जी सांझ पा रहे सो आओ रोजाना की तरह सतगुरु जी के बख्शिश किए हुए पावन हुक्म की विचार के नाल सांझ पाने तो पहला असीस बख्शिश करो जी, रसना नूं करो पवित्र। जितने भी जुड़ बैठे हो लवाओ हाजरी सारे आखो जी वाहिगुरु जी का खालसा वाहिगुरु जी की फतेह। तनासरे महला चौथा। हम अंधले अंध बिकै बिखराते। क्यों चाला गुर चाले। धनासरी राग विच चौथे पातशाह सतगुरु धन गुरु रामदास महाराज जी के पावन बचन अंग नंबर 667 ਅਤੇ 668 ਦੇ ਉੱਤੇ ਸਬਾਇਮਾਨ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਸ ਹੁਕਮ ਦਾ ਸਮੁੱਚਾ ਭਾਵੇ ਹੈ ਕਿ ਅਸਲ ਵਿੱਚ ਸਾਡੇ ਕੋਲ ਗਿਆਨ ਨਹੀਂ, ਸਮਝ ਨਹੀਂ, और समझ तो बिना गुरमत के मार्ग ते चलिया नहीं जा सकता। इत्थे अरदास है कि सतगुर जी कृपा करो सानू वो रस्ता नज़र नहीं आउंदा, अपना पल्ला फड़ा के उस रस्ते ते तोर लो। और सतगुर जी ने कृपा करके फिर समझाया जिन्होंने सचमुच गुरु का पल्ला फड़िया, गुरु ने उन्होंने अपने पल्ले ते नाल लाया भी ते दुनिया दे विच उन्हां दा जिहड़ा जीवन है सब नालों वखरा होया भी। उन्हां दी चाल, उन्हां दा जीवन, उन्हां दी मर्यादा दुनिया नालों वखरी है। हुण सतगुरु जी ने कृपा करके अज सानूं एक ढंग जुग दे नाल समझाया है। हम अंधले अंध। हुण अंधले दा अर्थ जिन्हों अखां तों दिसदा ना होवे। अंधले अंध दो वारी शब्द वरत्या है कि अन्नियां नालों भी ज़्यादा ही अन्ने, जां शब्द वरत्या जांदा अन्नियां दे अन्ने। पर एक अन्ने वो ने जिन्हां नूं अखां तो नज़र नहीं आउंदा। इत्थे अखां हुंदियां सुनदियां भी लोग अन्ने ने। सतगुरु जी असीं अन्ने होए पए हैं जिन्हों गुरु साहब जी ने पावन वचन कहे ने, पेखत चाखत सुनियत कहियत अंधा। वेखदा भी है, बोलता भी है, सब कुछ सुन भी रहा, फिर भी अन्ना बोला होया है। और गुरु साहब जी ने समझाया असल में इत्थे अन्ने उन्हां लई शब्द नहीं वरते जिन्होंने अखां तो दिसदा नहीं, वेखदे ने।
ਸਮਝਦੇ ਨੇ, ਬੋਲਦੇ ਨੇ, ਪਰ ਫਿਰ ਵੀ ਅੰਨੇ ਨੇ। ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਅੰਧੇ ਇਹ ਨਾ ਆਖੀਣ ਜਿਨ ਮੁਖ ਲੋਇਣ ਨਾਹੇ। ਇੱਕ ਤੇ ਅੱਖਾਂ ਕਰਕੇ ਨੇ, ਜਿਨ੍ਹਾਂ ਦੇ ਮੁਖ ਤੇ ਅੱਖਾਂ ਭਾਵੇਂ ਹੋਣ ਪਰ ਉਹਨਾਂ ਦੇ ਵਿੱਚ ਜੋਤ ਹੀ ਨਹੀਂ, ਨਜ਼ਰ ਨਹੀਂ ਹੁੰਦਾ। ਫਿਰ ਇੱਥੇ ਅੰਨੇ ਕਿਹਨਾਂ ਨੂੰ ਕਿਹਾ? ਸਤਿਗੁਰੂ ਜੀ ਕਹਿੰਦੇ ਨੇ, ਅੰਧੇ ਸੇ ਨਾਨਕਾ ਜੇ ਖਸਮੋਂ ਕੁੱਥੇ ਜਾਹੇ। ਜਿਹੜੇ ਆਪਣੇ ਮਾਲਕ ਨੂੰ ਭੁੱਲ ਗਏ, ਜਿਨ੍ਹਾਂ ਨੂੰ ਕਦੇ ਰੱਬ ਚੇਤੇ ਨਹੀਂ ਆਇਆ, ਅੰਨੇ ਇੱਥੇ ਉਹਨਾਂ ਲਈ ਸ਼ਬਦ ਵਰਤਿਆ। ਔਰ ਅਸੀਂ ਰੱਬ ਤੋਂ ਭੁੱਲ ਗਏ ਹਾਂ। ਸਾਡੇ ਕੋਲ ਗੁਰੂ ਦਾ ਬਖਸ਼ਿਆ ਹੋਇਆ ਗਿਆਨ ਕੋਈ ਨਹੀਂ, ਇਸ ਕਰਕੇ ਅਸੀਂ ਅੰਨਿਆਂ ਤੋਂ ਵੀ ਅੰਨੇ ਹਾਂ। ਹਮ ਅੰਧਲੇ ਅੰਧ, ਤੇ ਅੰਨਿਆਂ ਦੇ ਅੰਨੇ ਹੋਏ ਕਿਵੇਂ? ਕਹਿੰਦਾ ਵਿਖੇ ਬਿਖ ਰਾਤੇ। ਹੁਣ ਵਿਖੇ ਦਾ ਅਰਥ ਹੁੰਦਾ ਵਿਸ਼ੇ ਵਿਕਾਰ। ਵਿਖੇ ਬਿਖ, ਵਿਸ਼ੇ ਵਿਕਾਰਾਂ ਦੇ ਬਿਖ ਵਿੱਚ, ਜ਼ਹਿਰ ਦੇ ਵਿੱਚ ਅਸੀਂ ਰਾਤੇ ਰੰਗੇ ਗਏ। ਔਰ ਸਤਿਗੁਰੂ ਜੀ ਨੇ ਇੱਕ ਪਾਵਨ ਬਚਨ ਕਿਹਾ ਹੈ, ਵਿਸ਼ੇ ਵਿਕਾਰ ਵੀ ਕਿੰਨੇ? ਗੁਰੂ ਸਾਹਿਬ ਜੀ ਸਮਝਾਉਂਦੇ ਨੇ, ਕੁਝ ਪਸ਼ੂ ਨੇ, ਕੁਝ ਜਾਨਵਰ ਨੇ, ਜਿਨ੍ਹਾਂ ਦੇ ਅੰਦਰ ਇੱਕ ਇੱਕ ਵਿਕਾਰ ਹੈ। ਤੋ ਇੱਕ ਇੱਕ ਵਿਕਾਰ ਕਰਕੇ ਉਹ ਆਪਣੇ ਜੀਵਨ ਨੂੰ ਗਵਾ ਕੇ ਬੈਠ ਜਾਂਦੇ ਨੇ। ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ, ਇਹ ਪੰਜ ਨੇ। ਮ੍ਰਿਗ ਹਿਰਨ, ਜਿੰਦੇ ਅੰਦਰ ਭੜਕਣਾ ਸਭ ਤੋਂ ਜ਼ਿਆਦਾ ਅੱਖਾਂ ਭਾਵੇਂ ਦੇ ਉਦਾਹਰਨ ਦਿੱਤੀ ਜਾਂਦੀ ਕਿ ਅੱਖਾਂ ਬੜੀਆਂ ਸੋਹਣੀਆਂ ਨੇ, ਜਿੰਨੀਆਂ ਸੋਹਣੀਆਂ ਨੇ ਉਨੀਆਂ ਜ਼ਿਆਦਾ ਇਹਨੂੰ ਭੜਕਾਉਂਦੀਆਂ ਨੇ, ਭਰਮ ਵਿੱਚ ਪਾਉਂਦੀਆਂ ਨੇ। ਔਰ ਦੂਸਰਾ ਇਹ ਮ੍ਰਿਗ ਜਿਹੜਾ ਹੈ, ਇਹਨੂੰ ਇੱਕ ਸੁਣਨ ਦੀ ਜਿਹੜੀ ਕੰਡੇ ਖੇੜੇ ਦੀ ਆਵਾਜ਼ ਜਦੋਂ ਸੁਣਦਾ, ਸੁਣਨ ਦਾ ਇੱਕ ਐਡਾ ਵੱਡਾ ਵਿਕਾਰ ਹੈ ਕਿ ਹੰਡੇ ਖੇੜੇ ਦੀ ਆਵਾਜ਼ ਸੁਣ ਕੇ ਇਹ ਵੀ ਭੁੱਲ ਜਾਂਦਾ ਸਾਹਮਣੇ ਸ਼ਿਕਾਰੀ ਹੈ। ਇਹ ਵੀ ਭੁੱਲ ਜਾਂਦਾ ਕਿ ਮੈਂ ਹਿਰਨਾਂ ਦੇ ਡਰ ਨਾਲੋਂ ਵੱਖਰਾ ਹੋ ਗਿਆ। ਪਰ ਉਹ ਇੱਕ ਵਿਕਾਰ ਹੈ, ਇੱਕ ਆਦਤ ਐਸੀ ਕਿ ਉਹਦੇ ਕਰਕੇ ਇਹ ਸ਼ਿਕਾਰੀ ਦੇ ਜਾਲ ਵਿੱਚ ਫਸ ਜਾਂਦਾ ਜਾਂ ਮਾਰਿਆ ਜਾਂਦਾ ਹੈ। ਮ੍ਰਿਗ ਭ੍ਰਿੰਗ ਪਤੰਗਾ, ਇਹਨੂੰ ਇੱਕ ਵਿਕਾਰ ਹੈ। ਬਲਦੇ ਹੋਏ ਦੀਵੇ ਦੇ ਉੱਤੇ ਲਾਈਟ ਇਹਨੂੰ ਬੜੀ ਪ੍ਰਭਾਵਿਤ ਕਰਦੀ ਹੈ। ਤੇ ਉਸ ਲਾਈਟ ਦੇ ਉੱਤੇ ਜਾਣ ਦਾ ਇੰਨਾ ਜ਼ਿਆਦਾ ਵੱਡਾ ਵਿਕਾਰ ਹੀ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਉੱਤੇ ਜਾ ਕੇ ਸੜ ਕੇ ਮਰ ਜਾਂਦਾ ਹੈ, ਪਰ ਛੱਡ ਕੇ ਪਿੱਛੇ ਨਹੀਂ ਜਾਂਦਾ। ਮ੍ਰਿਗ ਮੀਨ ਮੱਛੀ, ਉਹਨੂੰ ਮਾਸ ਦੇ ਇੱਕ ਟੁਕੜੇ ਦਾ ਸਵਾਦ ਹੈ। ਉਹ ਇੱਕ ਜ਼ਬਾਨ ਦਾ ਉਹਦੇ ਅੰਦਰ ਵਿਕਾਰ ਹੀ ਹੈ ਨਾ, ਕਿ ਜਿਹਦੇ ਕਰਕੇ ਉਹ ਕੁੰਡੀ ਵਿੱਚ ਫਸ ਜਾਂਦੀ ਹੈ। ਮ੍ਰਿਗ ਮੀਨ ਭ੍ਰਿੰਗ ਪਤੰਗ ਪੁੰਚਰ ਹਾਥੀ, ਏਕ ਦੋਖ ਵਿਨਾਸ਼। ਹਾਥੀ ਦੇ ਅੰਦਰ ਕਾਮ ਵਾਸਨਾ ਹੈ, ਤੇ ਇਸ ਕਰਕੇ ਉਹ ਇੱਕ ਜਿਹੜਾ ਬੰਦਾ ਹੈ ਉਹਨੂੰ ਫੜ ਲੈਂਦਾ, ਐਡਾ ਤਾਕਤਵਰ ਹਾਥੀ, ਪਰ ਕਾਬੂ ਵਿੱਚ ਆ ਜਾਂਦਾ ਹੈ। ਹੁਣ ਸਤਿਗੁਰੂ ਜੀ ਕਹਿੰਦੇ ਨੇ ਇਹ ਤੇ ਜਾਨਵਰ ਨੇ, ਇੱਕ ਇੱਕ ਇਹਨਾਂ ਦੇ ਅੰਦਰ ਵਿਕਾਰ ਹੈ। ਇੱਕ ਇੱਕ ਵਿਕਾਰ ਕਰਕੇ ਇਹ ਆਪਣੇ ਜੀਵਨ ਤੋਂ ਹੱਥ ਧੋ ਬੈਠਦੇ ਨੇ ਜਾਂ ਗੁਲਾਮ ਹੋ ਜਾਂਦੇ ਨੇ। ਪਰ ਇਹ ਬੰਦਿਆ ਤੇਰੇ ਅੰਦਰ ਦੇ ਪੰਜੇ ਹੀ ਨੇ, ਤੇ ਦੇਖ ਤੂੰ ਕਿਵੇਂ ਛੁੱਟੇਗਾ। ਤੂੰ ਤੇ ਇਹਨਾਂ ਦੇ ਵਿੱਚ ਇਹ ਵਿਖੇ ਵਿਕਾਰ ਨੇ, ਜਿਹੜੇ ਵਿਖੇ ਬਿਖ ਰਾਤੇ, ਤੂੰ ਇਹਨਾਂ ਦੇ ਵਿੱਚ ਰਤਿਆ ਪਿਆ ਹੈ। ਸਤਿਗੁਰੂ ਜੀ ਨੂੰ ਪਾਵਨ ਬਚਨ ਕਹੇ, ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼। ਪੰਚ ਚੋਰ ਜਾਮਹਿ ਅਸਾਧ ਤਾਕੇ ਕਿਤ ਕਿਆਸ। ਪਰ ਬੰਦੇ ਦੇ ਅੰਦਰ ਪੰਜੇ ਹੀ ਨੇ, ਉਹਨਾਂ ਦੇ ਕੋਲ ਕਿੱਥੇ ਆ ਸਕੇ ਇੱਥੋਂ ਬਚ ਕੇ ਨਿਕਲ ਜਾਣ। ਸਤਿਗੁਰੂ ਜੀ ਅਸੀਂ ਵਿਖੇ ਵਿਕਾਰਾਂ ਦੇ ਵਿੱਚ ਰੁੱਤੇ ਪਏ ਹਾਂ, ਗਿਆਨ ਕਰਕੇ ਅੰਨੇ ਹਾਂ, ਗਿਆਨ ਕੋਈ ਨਹੀਂ। ਹਮ ਅੰਧਲੇ ਅੰਧ ਵਿਖੇ ਬਿਕਰਾਤੇ, ਕਿਉਂ ਚਾਲੈ ਗੁਰ ਚਾਲੇ। ਫਿਰ ਗੁਰੂ ਦੀ ਚਾਲ ਤੇ ਕਿਵੇਂ ਚੱਲੀਏ? ਹੁਣ ਦੇਖੋ ਚਾਲ ਦਾ ਅਰਥ
ਕੇਵਲ ਪੈਰਾਂ ਦੀ ਚਾਲ ਨਹੀਂ, ਚਾਲ ਦਾ ਇੱਥੇ ਭਾਵ ਅਰਥ ਹੈ ਮਰਿਆਦਾ। ਮਰਿਆਦਾ ਦਾ ਭਾਵ ਅਰਥ ਹੈ ਜੋ ਕੁਛ ਗੁਰੂ ਸਾਹਿਬ ਜੀ ਕਹਿ ਕੇ ਗਏ ਜਾਂ ਜੋ ਕੁਛ ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਕੀਤਾ, ਅਸੀਂ ਉਹ ਕਿਵੇਂ ਕਰੀਏ, ਅਸੀਂ ਉਸ ਰਸਤੇ 'ਤੇ ਕਿਵੇਂ ਚੱਲੀਏ। ਕਿਉਂ ਚਾਲਾਂ ਗੁਰ ਚਾਲੀ। ਸਾਡੇ ਕੋਲ ਗਿਆਨ ਕੋਈ ਨਹੀਂ, ਗਿਆਨ ਵਾਲੀਆਂ ਅੱਖਾਂ ਕੋਈ ਨਹੀਂ, ਕਿਵੇਂ ਚੱਲੀਏ। ਫਿਰ ਅਰਦਾਸ ਬੇਨਤੀ ਕੀਤੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਣ ਪਾਲੇ। ਸੁੱਖਾਂ ਦਾ ਦਾਤਾ ਸਤਿਗੁਰੂ ਜੀ ਜਦੋਂ ਦਇਆ ਕਰੇ ਸਾਨੂੰ ਆਪਣੇ ਪੱਲੇ ਦਾ ਨਾਲ ਲਾ ਲਵੇ। ਦੇਖੋ ਅੱਖਾਂ ਤੋਂ ਦਿਸਦਾ ਨਾ ਹੋਵੇ ਤੇ ਰਸਤਾ ਭਾਵੇਂ ਕੋਈ 100 ਦੱਸੇ ਜਾਏ ਵੀ ਸੱਜੇ ਨੂੰ ਜਾਈ ਖੱਬੇ ਨੂੰ ਜਾਈ, ਪਰ ਠੋਕਰ ਹੀ ਮਿਲਦੀਆਂ ਨੇ ਕਿਉਂਕਿ ਨਜ਼ਰ ਨਹੀਂ ਹੁੰਦਾ। ਪਰ ਉਹ ਬੰਦੇ ਨੇ ਜੇ ਕੋਈ ਆਪਣਾ ਹੱਥ ਫੜਾ ਦੇ ਜਾਂ ਪੱਲਾ ਫੜਾ ਦੇ ਕਿ ਪਿੱਛੇ ਪਿੱਛੇ ਤੁਰਿਆ, ਭਾਵੇਂ ਨਾ ਹੀ ਦਿਸਦਾ ਹੋਵੇ, ਉਹ ਫਿਰ ਮੰਜ਼ਿਲ 'ਤੇ ਪਹੁੰਚ ਜਾਂਦਾ ਹੈ। ਇੱਥੇ ਅਰਦਾਸ ਬੇਨਤੀ, ਸਤਿਗੁਰ ਜੀ ਸਾਨੂੰ ਨਜ਼ਰ ਨਹੀਂ ਆਉਂਦਾ, ਸਾਡੇ ਕੋਲ ਗਿਆਨ ਕੋਈ ਨਹੀਂ, ਬਸ ਤੁਸੀਂ ਆਪਣਾ ਪੱਲਾ ਫੜਾ ਦਿਓ। ਹੁਣ ਪੱਲਾ ਫੜਾਉਣਾ ਕੀ ਹੈ ਤੇ ਇਸ ਰਸਤੇ 'ਤੇ ਚੱਲਿਆ ਕਿਵੇਂ ਜਾਏ। ਗੁਰੂ ਸਾਹਿਬ ਜੀ ਨੇ ਰਹਾਉ ਦੀਆਂ ਪੰਕਤੀਆਂ 'ਚ ਇੱਥੇ ਬਖਸ਼ਿਸ਼ ਕੀਤੀ ਹੈ। ਕਹਿੰਦੇ ਗੁਰ ਸਿੱਖ ਮੀਤ ਚਲੋ ਗੁਰ ਚਾਲੇ। ਪਹਿਲੀਆਂ ਪੰਕਤੀਆਂ ਦੇ ਵਿੱਚ ਅਰਦਾਸ ਬੇਨਤੀ ਕਿਵੇਂ ਚੱਲੀਏ। ਹੁਣ ਸਤਿਗੁਰੂ ਜੀ ਸਮਝਾਉਂਦੇ ਨੇ, ਗੁਰ ਸਿੱਖ ਮੀਤ ਚਲੋ ਗੁਰ ਚਾਲੇ ਹੈ। ਗੁਰਸਿੱਖ ਮਿੱਤਰੋ, ਗੁਰੂ ਦੇ ਚਾਲ ਦੇ ਨਾਲ ਚਾਲ ਰਲਾ ਕੇ ਚੱਲ। ਜਿਵੇਂ ਗੁਰੂ ਚੱਲਦੇ ਨੇ ਉਵੇਂ ਚੱਲ, ਜਿਵੇਂ ਗੁਰੂ ਕਹਿੰਦੇ ਨੇ ਉਵੇਂ ਕਰ। ਹਰ ਕੇ ਗੁਰਸਿੱਖ ਮੀਤ। ਹੁਣ ਇੱਕ ਬੇਨਤੀ ਹੋਰ ਕਰਦੇ ਹਨ, ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣ ਦੇ ਵਾਸਤੇ ਜਿਹੜੇ ਸ਼ਬਦ ਵਰਤਿਆ, ਮੀਤ ਮਿੱਤਰ। ਤੇ ਦੇਖੋ ਆਪਣੇ ਜੀਵਨ ਦੇ ਵਿੱਚ ਆਪਾਂ ਬਹੁਤ ਵੇਖੇ ਨੇ ਮਿੱਤਰ, ਜਿਹਦੇ ਕੋਲ 4 ਟਕੇ ਹੋਣ ਉਹ ਗਰੀਬ ਦੇ ਨਾਲ, ਆਪਣੇ ਤੋਂ ਮਾੜੇ ਦੇ ਨਾਲ ਮਿੱਤਰਤਾ ਕਦੇ ਪਾਉਂਦਾ ਹੀ ਨਹੀਂ। ਉਹਨੂੰ ਮਿੱਤਰ ਕਹਿਣ ਦੇ ਵਿੱਚ ਵੀ ਸ਼ਰਮ ਆਉਂਦੀ ਹੈ ਕਿ ਮੇਰੇ ਕੋਲ ਏਡੇ ਏਡੇ ਵੱਡੀ ਗੱਡੀ, ਇਹਦੇ ਕੋਲ ਪਾਟੇ ਜਿਹੇ ਕੱਪੜੇ, ਸਾਈਕਲ, ਤੇ ਇਹਨੂੰ ਮਿੱਤਰ ਕਹਾਂਗਾ, ਲੋਕ ਕੀ ਕਹਿਣਗੇ। ਪਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਾਡੇ ਵਰਗੇ ਗਰੀਬਾਂ ਨੂੰ ਮਿੱਤਰ ਕਹਿ ਕੇ ਆਵਾਜ਼ ਮਾਰਦੇ ਨੇ। ਔਰ ਗੁਰੂ ਸਾਹਿਬ ਜੀ ਨੇ ਪਾਵਨ ਬਚਨ ਵੀ ਕਿਹਾ ਹੈ ਕਿ ਇਵੇਂ ਦੇ ਲੋਕਾਂ ਦੇ ਜੇ ਮਿੱਤਰਤਾ ਹੋਵੇ ਵੀ ਤਾਂ ਕਿਸੇ ਨਾ ਕਿਸੇ ਸਵਾਰਥ 'ਤੇ ਟਿਕੀ ਹੁੰਦੀ ਹੈ ਕਿ ਮੇਰੇ ਕੋਲ ਪੈਸੇ ਨੇ, ਇਹਦੇ ਕੋਲ 4 ਬੰਦੇ ਨੇ, ਮਿੱਤਰ ਤੇ ਪਾ ਲਓ, ਕੋਈ ਨਾ ਕੋਈ ਸਵਾਰਥ ਟਿਕਿਆ ਹੈ। ਔਰ ਦੇਖੋ ਬੰਦੇ ਦਾ ਬੰਦੇ ਨਾਲ ਤਾਂ ਸਵਾਰਥ ਹੈ ਹੀ, ਪਰ ਅੱਜ ਤੇ ਗੁਰੂ ਸਾਹਿਬ ਜੀ ਕਿਰਪਾ ਕਰਕੇ ਬਚਾ ਲੈਣ, ਸਾਡਾ ਸਵਾਰਥ ਤੇ ਗੁਰੂ ਨਾਲ ਵੀ ਹੋ ਗਿਆ। ਕੋਈ ਨਾ ਕੋਈ ਸਵਾਰਥ ਲੈ ਕੇ ਗੁਰਦੁਆਰੇ ਆਉਣਾ ਹੈ। ਔਰ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ, ਜਿਹੜੀ ਦੋਸਤੀ ਦੇ ਵਿੱਚ, ਜਿਹੜੀ ਮਿੱਤਰਤਾ ਦੇ ਵਿੱਚ ਸਵਾਰਥ ਹੋਵੇ ਨਾ, ਉਹ ਦੋਸਤੀ ਮਿੱਤਰਤਾ ਕਦੇ ਵੀ ਤੋੜ ਤੱਕ ਨਿਭਦੀ ਨਹੀਂ। ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਕਹਿੰਦੇ ਮਨ ਮੁਕਾ ਕੇ ਰੇ ਦੋਸਤੇ, ਮਾਇਆ ਕਾ ਸੰਬੰਧ। ਹੁਣ ਇਵੇਂ ਦੇ ਜਿਹੜੇ ਸਵਾਰਥੀ ਲੋਕ ਨੇ, ਜਿਹੜੇ ਗਰੀਬ ਨੇ, ਉਹਨਾਂ ਦੇ ਵੱਡੇ ਨਾਲ ਮਿੱਤਰਤਾ ਤਾਂ ਹੋਵੇਗੀ ਕੁਝ ਨਾ ਕੁਝ ਮਿਲੇਗਾ। ਤੇ ਜਿਨ੍ਹਾਂ ਕੋਲ ਰੁਪਈਆ ਪੈਸਾ, ਉਹਨਾਂ ਕੋਲ ਸਵਾਰਥ ਇਸ ਕਰਕੇ ਹੋਵੇਗਾ ਕਿ ਮੇਰੇ ਜੋ ਕੰਮ ਕੀ ਇਹਨੇ ਕੰਮ ਕਰ ਦੇਣਾ ਹੈ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਮਨ ਦੇ ਪਿੱਛੇ ਚੱਲਣ ਵਾਲੇ ਜੇ ਅੰਦਰ ਸਵਾਰਥ ਹੈ, ਉਹਨਾਂ ਨੂੰ ਉਸ ਦੋਸਤੀ ਨੂੰ ਮਨਮੁਖਾਂ ਦੀ ਦੋਸਤੀ ਕਿਹਾ। ਤੇ ਮਨਮੁਖਾਂ ਦੀ ਦੋਸਤੀ ਕੀ ਹੈ ਜੀ? ਕਹਿੰਦੇ ਮਨ ਮੁਕਾ ਕੇ ਰੇ ਦੋਸਤੇ, ਮਾਇਆ ਕਾ ਸੰਬੰਧ। ਅਸਲ ਵਿੱਚ ਦੋਸਤੀ ਕਹਿ ਦਿਓ ਤਾਂ ਸਾਰਾ ਰਿਸ਼ਤੇ ਮਾਇਆ ਦਾ ਹੈ। ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਣ ਗੰਧ। ਜਿੱਦਣ ਰੁਪਈਆ ਪੈਸਾ ਹੈ ਉਦਣ ਮਿੱਤਰਤਾ ਹੈ, ਜਦੋਂ ਰੋਵੇ ਕੁਝ ਨਾ ਫਿਰ ਸਾਥ ਛੱਡ ਕੇ ਭੱਜ ਜਾਂਦੇ ਨੇ। ਹੁਣ ਗੁਰੂ ਸਾਹਿਬ ਜੀ ਨੇ ਸਾਨੂੰ ਕਿਰਪਾ ਕੀਤੀ ਤੇ ਮਿੱਤਰ ਕਹਿ ਕੇ ਆਵਾਜ਼ ਮਾਰਿਆ, ਗੁਰ ਸਿੱਖ ਮੀਤ ਚਾਲੋ ਗੁਰ ਚਾਲੇ।
ਹੁਣ ਗੁਰੂ ਦੀ ਚਾਲ ਕੀ ਹੈ ਜੀ? ਗੁਰੂ ਕੀ ਕਰਦਾ ਹੈ? ਸਾਨੂੰ ਵੀ ਉਹ ਕੁਝ ਕਰਨਾ ਚਾਹੀਦਾ ਹੈ। ਤੇ ਗੁਰੂ ਕਰਦਾ ਕੀ ਹੈ? ਸਤਿਗੁਰੂ ਦੀ ਬਾਣੀ ਤੋਂ ਪੁੱਛੀਏ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ। ਜੇ ਗੁਰੂ ਸਾਰਿਆਂ ਦਾ ਭਲਾ ਮਨਾਉਂਦਾ ਹੈ ਭਾਈ, ਫਿਰ ਗੁਰਸਿੱਖ ਨੇ ਕੀ ਕਰਨਾ? ਗੁਰੂ ਦੀ ਚਾਲ ਤੇ ਇਹੀ ਹੈ ਨਾ, ਤੂੰ ਵੀ ਭਲਾ ਮਨਾ। ਹੁਣ ਖਿਮਾ ਕਰਨਾ, ਅਰਦਾਸ ਤਾਂ ਅਸੀਂ ਰੋਜ਼ ਹੀ ਕਰਦੇ। ਸਾਡੀ ਅਰਦਾਸ ਮੁਕੰਮਲ ਵੀ ਇੱਥੇ ਹੁੰਦੀ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਸਿਰਫ ਗੁਰੂ ਦੇ ਭਾਣੇ ਸਰਬੱਤ ਦਾ ਭਲਾ, ਵੀ ਤੇਰੇ ਭਾਣੇ 'ਚ ਭਲਾ ਨਾ ਹੋਵੇ। ਗੁਰੂ ਦੀ ਚਾਲ ਤੇ ਜੇ ਗੁਰੂ ਸਭ ਦਾ ਭਲਾ ਮਨਾਉਂਦਾ ਹੈ, ਸਭ ਦਾ ਭਲਾ ਮੰਗਣੇ ਤੇ ਅਸੀਂ ਵੀ ਹਾਂ, ਪਰ ਫਰਕ ਹੈ ਅਸੀਂ ਜ਼ੁਬਾਨ ਨਾਲ ਸਿਰਫ ਉੱਤੋਂ ਉੱਤੋਂ ਮੰਗਣੇ ਆ। ਇੱਕ ਥਾਂ ਤੇ ਮੈਂ ਪੜ੍ਹਿਆ ਕਿ ਗੁਰੂ का सिख है और ਕਿਸੇ ਤੋਂ ਕਥਾ ਸੁਣੀ ਕਿ ਗੁਰੂ ਆਪਣੇ ਸਿੱਖ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰਦੇ ਨੇ, ਜੋ ਵੀ ਹੋਵੇ। ਉਹਨੇ ਸਵਾਲ ਕੀਤਾ ਕਿ ਭਾਈ ਸਾਹਿਬ ਸੱਚਮੁੱਚ ਗੁਰੂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਨੇ? ਹੁਣ ਜਿਹਨੇ ਕਥਾ ਕਰਕੇ ਸੁਣਾਈ ਸੋ ਕਹਿੰਦਾ ਹਾਂ ਜ਼ਰੂਰ। ਫਿਰ ਗੁਰੂ ਮੇਰੀ ਵੀ ਮਨੋਕਾਮਨਾ ਪੂਰੀ ਕਰੇਗਾ? ਜ਼ਰੂਰ ਕਰੇਗਾ, ਪਰ ਕਰੇਗਾ ਕਿਵੇਂ? ਹੁਣ ਪਹਿਲੋਂ ਤੇ ਪੰਕਤੀ ਪੜ੍ਹ ਲਈਏ, ਜੋ ਗੁਰ ਕਹੈ ਸੋਈ ਭਲ ਬਨ। ਤੂੰ ਭਲਾ ਕਰਕੇ ਬੰਨ ਤਾਂ ਸਹੀ, ਕਿਉਂ ਨਾ ਪੂਰੀ ਹੋਏਗੀ? ਹੁਣ ਉਹ ਕਹਿੰਦਾ ਕਿ ਨਿਤਨੇਮ ਦੀਆਂ ਬਾਣੀਆਂ ਤੋਂ ਬਾਅਦ ਮੈਂ 2 ਸੁਖਮਣੀ ਸਾਹਿਬ ਰੋਜ਼ ਕਰਦਾ। ਤਾਂ ਫਿਰ ਕਾਮਨਾ ਕੀ ਜਿਹੜੀ ਪੂਰੀ ਕਰਾਉਣੀ ਚਾਹੁੰਦਾ ਹੈ? ਕਾਮਨਾ ਇਹ ਕਿ ਗੁਆਂਢੀ ਦਾ ਚੱਲਦਾ ਹੋਇਆ ਕੰਮ ਜਿਹੜਾ ਬਿਲਕੁਲ ਬੰਦ ਹੋ ਜਾਏ, ਜਿਹਨੂੰ ਪੰਜਾਬੀ 'ਚ ਸਿੱਧੇ ਸ਼ਬਦ ਵਰਤੀਏ, ਗੁਆਂਢੀ ਦਾ ਪੱਠਾ ਹੀ ਬਹਿ ਜਾਏ, ਬੁਰਾ ਹੋ ਜਾਏ। ਹੁਣ ਇਵੇਂ ਦੀ ਕਾਮਨਾ ਜੇ ਰੱਖ ਕੇ ਕੋਈ ਕਵੇ ਕਿ ਮੇਰੀ ਕਾਮਨਾ ਵੀ ਪੂਰੀ ਹੋ ਜਾਏ ਤਾਂ ਹੋਵੇਗੀ? ਕਿਉਂਕਿ ਸਾਡੀ ਤੇ ਅਰਦਾਸ ਹੀ ਉਦੋਂ ਸੰਪੂਰਨ ਹੋਣੀ ਜਦੋਂ ਸਾਰਿਆਂ ਦਾ ਭਲਾ ਮੰਗਿਆ ਜਾਣਾ ਹੈ। ਤੇ ਜੇ ਅਰਦਾਸ ਇਸ ਤਰ੍ਹਾਂ ਕਰਦੇ ਕਿ ਕਿਸੇ ਦਾ ਬੁਰਾ ਹੋ ਜਾਏ ਤਾਂ ਉਹ ਅਰਦਾਸ ਕਿੱਥੋਂ ਪ੍ਰਵਾਨ ਹੋਵੇਗੀ? ਗੁਰੂ ਦੇ ਚਾਲ ਹੈ, ਗੁਰੂ ਸਾਰਿਆਂ ਦਾ ਭਲਾ ਮੰਗਦਾ ਹੈ। ਗੁਰੂ ਕੇ ਸਿੱਖਾਂ ਤੂੰ ਸਾਰਿਆਂ ਦਾ ਭਲਾ ਮੰਗ ਤੇ ਭਲਾ ਕਰਨਾ ਆਪਣੇ ਤੋਂ ਸ਼ੁਰੂ ਕਰ। ਤੇ ਭਲਾ ਉਦੋਂ ਹੋਣਾ ਜਿੱਦਣ ਤੇਰੀ ਕਿਰਤ ਜਿਹੜੀ ਪਵਿੱਤਰ ਹੋਊਗੀ, ਸਾਫ਼ ਹੋਊਗੀ। ਜਿਹੜੇ ਇਹਦੇ ਵਿੱਚੋਂ ਜਿਹੜਾ 2 ਨੰਬਰ ਵਾਲਾ ਕੰਮ ਨਾ ਨਿਕਲ ਜੇ, 2 ਨੰਬਰ ਨਾਮ ਹੀ ਨਾ ਹੋਵੇ। ਹੁਣ ਇਹ ਸ਼ਬਦ ਆਮ ਹੀ ਵਰਤਿਆ ਜਾਂਦਾ, 2 ਨੰਬਰ ਦਾ ਪੈਸਾ ਹੈ, ਪਰ ਕਦੇ ਦੇਖੋ 2 ਨੰਬਰ ਵਾਲਿਆਂ ਦੀ ਪੂਰੀ ਕਦੇ ਨਹੀਂ ਪੈਂਦੀ। ਜਿੰਨੇ ਜ਼ਿਆਦਾ 2 ਨੰਬਰ ਦੇ ਕਿਸੇ ਤੇ ਖੋ ਕੇ ਲਿਆਉਂਦਾ, ਹੱਕ ਮਾਰ ਕੇ ਲਿਆਉਂਦਾ, ਉਨੇ ਜ਼ਿਆਦਾ ਘਰ ਪਹਿਲੋਂ ਖੱਡੇ ਪੱਟੇ ਹੁੰਦੇ ਨੇ। ਉਹ ਕਿਸੇ ਨਾ ਕਿਸੇ ਆਨੇ ਬਾਨੇ ਨਿਕਲਦੇ ਤੇ ਜ਼ਰੂਰ ਨੇ। ਹੁਣ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਸਮਝਾਉਂਦੇ ਨੇ, ਜਿਵੇਂ ਮਾਂ ਪਿਓ ਆਪਣੇ ਬੱਚਿਆਂ ਨੂੰ ਸਮਝਾਉਂਦੇ, ਆਪਾਂ ਵੀ ਸਮਝਾਉਂਦੇ ਹਾਂ। ਸਤਿਗੁਰੂ ਜੀ ਕਹਿੰਦੇ ਨੇ ਕਈ ਵਾਰੀ ਬੱਚੇ ਨੂੰ ਨਹੀਂ ਪਤਾ ਕਿ ਬਲਦੀ ਹੋਈ ਅੱਗ ਨੂੰ ਨਹੀਂ ਫੜਨਾ, ਉਹਨੂੰ ਸਮਝ ਕੋਈ ਨਹੀਂ, ਪਰ ਫੜਨ ਦਾ ਯਤਨ ਕਰਦਾ ਹੈ। ਬੱਚੇ ਨੂੰ ਨਹੀਂ ਪਤਾ ਕਿ ਸੱਪ ਨੂੰ ਨਹੀਂ ਫੜਨਾ, ਨੇੜੇ ਜਾਵਾਂਗੇ ਤੇ ਡੰਗ ਮਾਰੇਗਾ, ਪਰ ਯਤਨ ਕਰਦਾ ਫੜ ਲਵਾਂ। ਹੁਣ ਉੱਥੇ ਸਤਿਗੁਰੂ ਜੀ ਨੇ ਉਦਾਹਰਣ ਦਿੱਤੇ, ਮਾਂ ਪਿਓ ਉਦੋਂ ਝਿੜਕਦੇ ਵੀ ਨੇ, ਸਮਝਾਉਂਦੇ ਵੀ ਨੇ, ਤੇ ਭੱਜ ਕੇ ਫੜਦੇ ਵੀ ਨੇ। ਫਿਰ ਝਿੜਕ ਕੇ ਕਈ ਵਾਰੀ ਮਾਰ ਕੁੱਟ ਕੇ ਵੀ ਗਲੇ ਨਾਲ ਵੀ ਲਾਉਂਦੇ ਨੇ। ਬਸ ਗੁਰੂ ਦੇ ਚਾਲ ਹੈ, ਗੁਰੂ ਸਾਡਾ ਭਲਾ ਚਾਹੁੰਦੇ ਨੇ। ਸਾਨੂੰ ਜੇ ਟੋਕਦੇ ਨੇ ਨਾ, ਗੁਰੂ ਸਾਡਾ ਭਲਾ ਚਾਹੁੰਦੇ ਨੇ। ਮਾਂ ਪਿਓ ਨੂੰ ਬੱਚੇ ਨੂੰ ਮਾਂ ਪਿਓ ਇਸ ਕਰਕੇ ਟੋਕਦੇ ਨੇ, ਭਲਾ ਹੋ ਜੇ। ਹੁਣ ਸਤਿਗੁਰੂ ਜੀ ਨੇ ਜਿੱਥੇ ਸਾਨੂੰ ਸਮਝਾਇਆ, ਸਤਿਗੁਰੂ ਸਭਨਾਂ ਦਾ ਭਲਾ ਮਨਾਉਂਦਾ, ਸਾਡਾ ਵੀ ਭਲਾ ਹੀ ਮੰਗਦੇ ਨੇ। ਤਾਂ ਹੀ ਤਾਂ ਸਮਝਾਉਂਦੇ ਨੇ ਕਿ ਚੰਚਲ ਮਤ ਬਾਰਕ ਬਪਰੇ ਕੀ, ਸਰਪ ਅਗਨ ਕਰ ਮੇਲੈ, ਮਾਤਾ ਪਿਤਾ ਕੰਠ ਲਾਏ ਰੱਖੈ, ਸਹਿਜ ਆਨੰਦ ਤਬ ਖੇਲੈ।
ਮੇਰੇ ਸਿੱਖ ਆਨੰਦ ਵਿੱਚ ਰਹਿਣ, ਸੁਖ ਰਹਿਣ। ਗੁਰੂ ਇਸ ਕਰਕੇ ਸਾਡਾ ਭਲਾ ਮੰਗਦਾ, ਸਾਨੂੰ ਟੋਕਦੇ ਨੇ। ਔਰ ਗੁਰੂ ਸਾਹਿਬ ਜੀ ਨੂੰ ਕਈ ਵਾਰੀ ਬੇਨਤੀ ਕੀਤੀ, ਸ਼ਾਇਦ ਅਸੀਂ ਵਿਆਹ ਸ਼ਾਦੀਆਂ ਦੇ ਵਿੱਚ ਤਾਂ ਹੀ ਪਹਿਲੋਂ ਹੀ 2-4 ਦਿਨ ਪਹਿਲੋਂ ਸੁਖਮਨੀ ਸਾਹਿਬ ਜਾਂ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਵਾ ਕੇ ਵਿਦਾ ਕਰਦੇ ਨੇ, ਤੁਸੀਂ ਹੁਣ ਜਾਓ। ਕਿਉਂਕਿ ਵਿਆਹ ਦੇ ਵਿੱਚ ਤੁਹਾਨੂੰ ਨਹੀਂ ਰੱਖ ਸਕਦੇ, ਨਹੀਂ ਬੁਲਾ ਸਕਦੇ। ਕਿਉਂਕਿ ਗੁਰੂ ਨੇ ਕਹਿਣਾ ਪਈ ਸ਼ਰਾਬ ਨਹੀਂ ਪੀਣੀ, ਨਹੀਂ ਪੀਉਣੀ। ਗੁਰੂ ਸਾਡਾ ਭਲਾ ਚਾਹੁੰਦੇ ਨੇ ਨਾ, ਪਰ ਸਾਨੂੰ ਉਹ ਤੋਂ ਬੁਰਾ ਲੱਗਦਾ ਕਿ ਅਸੀਂ ਤਾਂ ਪਈ ਸਾਡਾ ਤਾਂ ਸਰਨਾ ਕੋਈ ਨਹੀਂ। ਇਸ ਕਰਕੇ ਤੁਸੀਂ ਪਹਿਲੋਂ ਜਾਓ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਨੇ, ਗੁਰੂ ਸਾਰਿਆਂ ਦਾ ਭਲਾ ਮੰਗਦਾ ਹੈ। ਫਿਰ ਜੇ ਗੁਰੂ ਭਲਾ ਮੰਗਦਾ, ਤੂੰ ਵੀ ਭਲਾ ਮੰਗ। ਕੇਵਲ ਮੰਗੇ ਨਾ ਭਲਾ, ਆਪਣਾ ਪਹਿਲੋਂ ਕਰ। ਆਪਣਾ ਭਲਾ ਕਰੇਗਾ ਤਾਂ ਕਿਸੇ ਦਾ ਕਰ ਸਕੇਗਾ। ਜੋ ਗੁਰ ਕਹਿ ਸੋਈ ਭਲ ਮਾਨਹੁ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਰਹਾਉ ਦੀਆਂ ਪੰਕਤੀਆਂ ਵਿੱਚ। ਗੁਰੂ ਦੀ ਚਾਲ ਜੋ ਹੈ, ਗੁਰੂ ਸਭ ਦਾ ਭਲਾ ਮੰਗਦਾ, ਭਾਈ ਤੂੰ ਵੀ ਸਭ ਦਾ ਭਲਾ ਮੰਗ। ਜੋ ਗੁਰੂ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਭਲਾ ਕਰਕੇ ਗੁਰੂ ਨੇ ਜੋ ਵੀ ਕੁਛ ਕਿਹਾ ਉਹਨੂੰ ਮੰਨ ਲਿਆ। ਤੇ ਜਿਨ੍ਹਾਂ ਨੇ ਮੰਨਿਆ, ਸੱਚ ਜਾਣਿਓ, ਗੁਰੂ ਸਾਹਿਬ ਜੀ ਨੇ ਪਾਵਨ ਬਚਨ ਬਾਣੀ ਦੇ ਵਿੱਚ ਕਹੇ ਨੇ, ਹੁਕਮ ਮੰਨਿਆ ਹੋਵੇ ਪ੍ਰਵਾਨ। ਔਰ ਜੋ ਗੁਰੂ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨ ਲਏ। ਹੁਕਮ ਮੰਨੇਗਾ ਤੇ ਸਾਈਂ ਦੇ ਦਰ 'ਤੇ ਵੀ ਪ੍ਰਵਾਨ ਹੋਏਗਾ। ਔਰ ਸਤਿਗੁਰੂ ਜੀ ਨੇ ਕੇਵਲ ਕਿਹਾ ਨਹੀਂ, ਸਾਡੇ ਸਾਹਮਣੇ ਇਤਿਹਾਸ ਹੈ। ਬਾਬਾ ਲਹਿਣਾ ਜੀ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਏ। ਜੋ ਗੁਰ ਕਹੈ ਸੋਈ ਭਲ ਮਾਨੋ। ਔਰ ਬਾਬਾ ਲਹਿਣਾ ਜੀ ਨੇ ਗੁਰੂ ਅੰਗਦ ਦੇ ਬਣਨ ਤੋਂ ਪਹਿਲੋਂ ਵੀ ਤੇ ਬਣ ਕੇ ਵੀ ਜੋ ਗੁਰੂ ਨੇ ਕਿਹਾ ਉਹਨੂੰ ਭਲਾ ਕਰਕੇ ਮੰਨਿਆ। ਕਰਤਾਰਪੁਰ ਸਾਹਿਬ ਦੇ ਉਸ ਪਾਵਨ ਧਰਤੀ ਦੇ ਵਿੱਚ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਵਾਹੀ ਕਰਦੇ ਨੇ, ਮੰਜੇ ਤੇ ਬੈਠਦੇ ਨੇ, ਭਾਈ ਲਹਿਣਾ ਜੀ ਗੁਰੂ ਸਾਹਿਬ ਜੀ ਕੋਲ ਜਾਂਦੇ ਨੇ ਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਜੀ ਜਾਣਦੇ ਉਦੋਂ ਝੋਨੇ ਦੇ ਵਿੱਚੋਂ ਨਦੀਨ ਆਪਣੇ ਹੱਥਾਂ ਨਾਲ ਕੱਢ ਰਹੇ ਸਨ। ਪਰ ਬਾਬਾ ਲਹਿਣਾ ਜੀ ਜਿਹੜੇ ਕੇਵਲ ਉਹ ਹੱਟੀ ਤੇ ਬੈਠਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਨਦੀਨ ਕੀ ਹੈ ਤੇ ਝੋਨਾ ਕੀ ਹੈ। ਸੇਵਾ ਦੇ ਵਿੱਚ ਆਏ, ਗੁਰੂ ਸਾਹਿਬ ਜੀ ਨੂੰ ਵੇਖ ਕੇ ਜਉਂ ਲੱਗੇ ਪੱਟਣ ਕੇ ਗੁਰੂ ਸਾਹਿਬ ਜੀ ਪੱਟਦੇ ਨੇ, ਮੈਂ ਵੀ ਪੱਟਾਂ। ਵਿੱਚੇ ਨਦੀਨ ਵਿੱਚੇ ਝੋਨਾ, ਸਭ ਕੁਝ ਪੱਟੀ ਆਉਂਦਾ। ਤੇ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਵੇਖ ਕੇ ਨਾਲੇ ਹੱਸਦੇ ਨੇ, ਨਾਲੇ ਕਹਿੰਦੇ ਨੇ ਪੁਰਖਾ ਕਰਦਾ ਕੀ ਹੈ। ਸਤਿਗੁਰੂ ਜੀ ਮੈਂ ਵੀ ਪੱਟ ਰਿਹਾ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਸਨ, ਭਾਈ ਤੂੰ ਪੱਟਣ ਵਾਸਤੇ ਨਹੀਂ, ਤੂੰ ਲਾਉਣ ਵਾਸਤੇ ਆਇਆ ਹੈ। ਤੇਰਾ ਕੰਮ ਲਾਉਣਾ ਹੈ। ਕਿਉਂਕਿ ਜਦੋਂ ਨਾ ਪਤਾ ਹੋਵੇ ਨਦੀਨ ਕਿਹੜਾ ਹੈ, ਲਾਉਣ ਦਾ ਤਾਂ ਜਦੋਂ ਪਤਾ ਕਿ ਇਹ ਸਾਹਮਣੇ ਝੋਨੇ ਦੀ ਪੌਦ ਹੈ, ਲਾਈ ਜਾਓ। ਇੱਥੇ ਤੂੰ ਨਾਮ ਦਾ ਬੂਟਾ ਲਾਉਣਾ ਹੈ। ਜੋ ਗੁਰ ਕਹੈ ਸੋਈ ਭਲ ਮਾਨੋ। ਔਰ ਬਾਬਾ ਲਹਿਣਾ ਜੀ ਨੇ ਭਲਾ ਕਰਕੇ ਫਿਰ ਮੰਨਿਆ। ਦੇਖੋ, ਜੇ ਗੁਰੂ ਸਾਹਿਬ ਜੀ ਨੇ ਕਿਹਾ ਲਹਿਣਾ ਜੀ ਤੁਸੀਂ ਪਟਣਾ ਨਹੀਂ, ਤੁਸੀਂ ਨਦੀਨ ਪੱਟਿਆ ਹੋਇਆ ਪੰਡ ਚੱਕੋ, ਕਰ ਲੈ ਜੋ ਗੁਰ ਕਹੇ ਸੋਈ ਭਲ ਮਾਨੋ। ਭਲਾ ਕਰਕੇ ਮੰਨਿਆ। ਦੇਖਿਆ ਨਹੀਂ ਕਿ ਚਿੱਟੇ ਕੱਪੜੇ ਪਾਏ ਨੇ, ਪਾਣੀ ਦੇ ਵਿੱਚੋਂ ਕੱਢਿਆ ਹੋਇਆ ਨਦੀਨ। ਆਪ ਜੀ ਜਾਣਦੇ ਹੋ ਕਿ ਪਾਣੀ ਪੂਰੇ ਕੱਪੜਿਆਂ ਦੇ ਉੱਤੇ ਸਾਰੇ ਪੈਂਦਾ, ਔਰ ਉਹ ਵੀ ਮਿੱਟੀ ਵਾਲਾ। ਮਿੱਟੀ ਹੋਏ ਜਦੋਂ ਘਰ ਪਹੁੰਚਦੇ ਤੇ ਮਾਤਾ ਸੁਲੱਖਣੀ ਜੀ ਕਹਿੰਦੇ ਨੇ ਕਿ ਸਤਿਗੁਰੂ ਜੀ ਅੱਜ ਤੇ ਪਹਿਲੇ ਦਿਨ ਆਇਆ ਸੀ, ਅੱਜ ਤੇ ਬਖਸ਼ ਦਿੰਦੇ ਕਿ ਇਹਨਾਂ ਦੇ ਸਿਰ ਤੇ ਅੱਜ ਵੀ ਪੰਡ ਚਕਾਈ, ਸਾਰਾ ਚਿੱਕੜੋ ਚਿੱਕੜੀ ਹੋ ਗਿਆ। ਔਰ ਸਤਿਗੁਰੂ ਜੀ ਕਹਿੰਦੇ ਨੇ ਇਹ ਚਿੱਕੜ ਨਹੀਂ ਸੁਲੱਖਣੀ ਜੀ, ਇਹ ਤੇ ਕੇਸਰ ਹੈ ਗੁਰੂ ਨਾਨਕ ਸਾਹਿਬ ਦੇ ਘਰ ਦਾ। ਔਰ ਗੁਰੂ ਸਾਹਿਬ ਜੀ ਨੇ ਜੋ ਕੁਛ ਕਿਹਾ ਫਿਰ ਭਲਾ ਕਰਕੇ ਮੰਨਿਆ। ਸਾਖੀਆਂ 3-4 ਆਉਂਦੀਆਂ ਨੇ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਲੈਣੇ ਚੂਹੀ ਮਰੀ ਹੈ, ਕੁਝ ਨਹੀਂ ਦੇਖਿਆ ਚੁੱਕੀ ਤੇ ਬਾਹਰ ਸੁੱਟਤੀ।
ਸਤਿਗੁਰੂ ਜੀ ਕਹਿੰਦੇ ਨੇ ਲੈਣਿਆ ਧਰਮਸ਼ਾਲਾ ਦੀ ਕੰਧ ਟੁੱਟ ਗਈ, ਕੁਝ ਨਹੀਂ ਦੇਖਿਆ ਕਿ ਰਾਤ ਹੈ, ਮੀਂਹ ਪੈਂਦਾ, ਉਸੇ ਵੇਲੇ ਸਤ ਬਚਨ ਕਰਕੇ ਬਣਾਉਣੀ ਸ਼ੁਰੂ ਕਰ ਦਿੱਤੀ। ਜੇ ਗੁਰੂ ਸਾਹਿਬ ਜੀ ਕਹਿੰਦੇ ਨੇ ਲੈਣਿਆ ਕਿੱਕਰ ਨੂੰ ਝਾੜ ਮਠਿਆਈਆਂ ਡਿੱਗਣਗੀਆਂ, ਤਰਕ ਥੋੜ੍ਹੀ ਕੀਤਾ ਕਿ ਕਿੱਕਰ ਨੂੰ ਤੇ ਕੰਡੇ ਲੱਗਦੇ ਨੇ। ਬਸ ਜੋ ਗੁਰੂ ਨੇ ਕਿਹਾ ਭਲਾ ਕਰਕੇ ਕੀਤਾ, ਔਰ ਜੇ ਭਲਾ ਕਰਕੇ ਕੀਤਾ, ਗੁਰੂ ਸਾਹਿਬ ਨੇ ਜੋ ਕੁਝ ਫਿਰ ਬਾਣੀ ਦੇ ਵਿੱਚ ਕਿਹਾ ਕਿ ਹੁਕਮ ਮੰਨਿਆ ਹੋਵੇ ਪ੍ਰਵਾਨ, ਔਰ ਐਸੇ ਪ੍ਰਵਾਨ ਹੋਏ ਜਿਹਨੂੰ ਭਾਈ ਸੱਤਾ ਤੇ ਬਲਵੰਡ ਜੀ ਲਿਖਦੇ ਨੇ, ਲਹਿਣੇ ਧਰਿਓ ਨ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਂਦਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਦੇ ਸਿਰ ਤੇ ਉਹ ਪਰਮੇਸ਼ਰ ਦੇ ਘਰ ਦਾ ਜਿਹੜਾ ਛੱਤਰ ਸੀ ਉਹ ਧਰ ਦਿੱਤਾ। ਜੋ ਗੁਰ ਕਹੈ ਸੋਈ ਭਲ ਮਾਨੋ, ਜਦੋਂ ਭਲਾ ਕਰਕੇ ਮੰਨਿਆ, ਕੇਵਲ ਛੱਤਰ ਨਹੀਂ ਰੱਖਿਆ। ਉੱਥੇ ਸਤਿਗੁਰੂ ਦੀ ਬਾਣੀ ਵਿੱਚ ਪਾਵਨ ਦਰਜ ਨੇ ਗੁਰੂ ਕੇ ਸਿੱਖਾਂ ਕੇ ਕਿ ਗੁਰ ਚੇਲੇ ਰਹਿ ਰਾਸ ਕੀ, ਰਹਿ ਰਾਸ ਦਾ ਅਰਥ ਨਮਸਕਾਰ ਹੈ। ਗੁਰੂ ਨੇ ਚੇਲੇ ਨੂੰ ਨਮਸਕਾਰ ਕਰ ਦਿੱਤੀ, ਔਰ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਗੁਰੂ ਚੇਲੇ ਵਾਲੀ ਜਿਹੜੀ ਮਰਿਆਦਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਚਲਾਈ। ਇਸ ਤੋਂ ਪਹਿਲਾਂ ਵੀ ਇਸ ਤੋਂ ਬਾਅਦ ਵੀ ਕਦੇ ਨਹੀਂ ਸੀ ਹੋਇਆ ਕਿ ਜਿਹੜਾ ਗੁਰੂ ਹੋਵੇ ਉਹ ਵੀ ਕਦੇ ਚੇਲਾ ਬਣ ਸਕਦਾ ਹੈ। ਭਾਵੇਂ ਗੁਰੂ ਨੇ ਇੱਕ ਅੱਖਰ ਹੀ ਪੜ੍ਹਨਾ ਸਿਖਾਇਆ ਹੋਵੇ, ਭਾਵੇਂ ਕਿ ਕੇਲੇ ਲਾਉਣਾ ਸਿਖਾਇਆ ਹੋਵੇ, ਅੱਜ ਤੱਕ ਜਿਹੜਾ ਗੁਰੂ ਸੀ ਉਹ ਗੁਰੂ ਹੀ ਰਿਹਾ। ਭਾਵੇਂ ਸਾਨੂੰ ਸੁਦਾਮਾ ਜੀ ਦੀ, ਭਾਵੇਂ ਸਾਨੂੰ ਕ੍ਰਿਸ਼ਨ ਜੀ ਦੇ ਉਸ ਇਤਿਹਾਸ ਦੇ ਵਿੱਚੋਂ ਸਾਨੂੰ ਮਿਲਦੀ ਹੈ ਕਿ ਬਿੱਦਰ ਦੇ ਘਰ ਜਾਂਦੇ ਨੇ, ਲੂਣਾ ਸਾਗ ਵੀ ਖਾ ਲੈਂਦੇ ਨੇ, ਪਰ ਅੱਜ ਤੱਕ ਇਹ ਨਹੀਂ ਆਇਆ ਕਿ ਬਿੱਦਰ ਨੂੰ ਸਾਹਿਬ ਬਣਾ ਦਿੱਤਾ ਹੋਵੇ ਤੇ ਕ੍ਰਿਸ਼ਨ ਜੀ ਆਪ ਚੇਲੇ ਬਣੇ ਹੋ। ਅੱਜ ਤੱਕ ਵੀ ਨਾ ਕ੍ਰਿਸ਼ਨ ਭਗਵਾਨ ਸਨ, ਉਹ ਸੇਵਕ ਸਨ, ਉਦੋਂ ਵੀ ਤੇ ਅੱਜ ਵੀ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕੇਵਲ ਗੁਰੂ ਤੋਂ ਚੇਲੇ ਬਣੇ ਹੀ ਨਹੀਂ, ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੀ ਪਾਵਨ ਬਚਨ ਕਹੇ ਸਨ। ਜਿੱਥੇ ਖਾਲਸਾ ਪੰਥ ਸਾਜਿਆ, ਜਿੱਥੇ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਉੱਥੇ ਇਹ ਕਹਿ ਦਿੱਤਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਤੇ ਕੇਵਲ ਖਾਸ ਰੂਪ ਕਿਹਾ ਨਹੀਂ, ਇਹ ਵੀ ਕਿਹਾ ਕਿ ਖਾਲਸੇ ਦੇ ਵਿੱਚ ਮੇਰਾ ਨਿਵਾਸ ਤੇ ਹੈ, ਪਰ ਜਦੋਂ ਤੱਕ ਖਾਲਸਾ ਨਿਆਰਾ ਰਹੇਗਾ, ਜਦੋਂ ਤੱਕ ਰਹਿਤ ਰੱਖੇਗਾ, ਉਦੋਂ ਤੱਕ ਕਹਿ ਦਿੱਤਾ ਇਹ ਸਾਹਿਬ ਮੈਂ ਇਸ ਕਾ ਚੇਰਾ। ਖਾਲਸੇ ਨੂੰ ਆਪਣਾ ਸਾਹਿਬ ਕਿਹਾ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿ ਹੁਕਮ ਮੰਨਿਆ ਹੋਵੇ ਪ੍ਰਵਾਨ, ਜੇ ਗੁਰੂ ਕਹਿੰਦੇ ਨੇ ਭਾਈ ਭਲਾ ਕਰਕੇ ਮੰਨ, ਅੱਜ ਵੀ ਪ੍ਰਮਾਣ ਹੋਏਗਾ। ਜੋ ਗੁਰ ਕਹੈ ਸੋਈ ਭਲ ਮਾਨੋ, ਪਰ ਗੁਰੂ ਕਹਿੰਦੇ ਕੀ ਨੇ? ਔਰ ਖਿਮਾ ਕਰਨਾ ਸੀ ਸਿੱਖਾਂ ਨੇ ਅੱਜ ਤੱਕ ਕਦੇ ਸੁਣੀ ਹੀ ਨਹੀਂ। ਗੁਰੂ ਸਾਹਿਬ ਦੇ ਬਚਨ ਸੁਣੇ ਹੀ ਨਹੀਂ, ਜੇ ਸੁਣੇ ਤਾਂ ਸੁਣ ਕੇ ਮੰਨੇ ਹੀ ਨਹੀਂ। ਇਹਨਾਂ ਕੁਝ ਸਭ ਨੂੰ ਪਤਾ ਹੈ, ਗੁਰੂ ਸਾਹਿਬ ਜੀ ਕਹਿੰਦੇ ਝੂਠ ਨਹੀਂ ਬੋਲਣਾ। ਔਰ ਬਾਣੀ ਦੀਆਂ ਪੰਕਤੀਆਂ ਭਾਵੇਂ ਬੜੀਆਂ ਸੌਖੀਆਂ ਨੇ, ਭਾਵੇਂ ਉਹ ਵੀ ਨਾ ਯਾਦ ਹੋਣ, ਬਾਬਾ ਫਰੀਦ ਜੀ ਦੇ ਪਾਵਨ ਬਚਨ ਨੇ ਕਿ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ। ਪਰ ਇਹਨਾਂ ਕੁ ਤਾਂ ਹਰ ਕਿਸੇ ਨੂੰ ਪਤਾ ਕਿ ਗੁਰੂ ਸਾਹਿਬ ਦਾ ਹੁਕਮ ਹੈ ਝੂਠ ਨਹੀਂ ਬੋਲਣਾ, ਪਰ ਕੀ ਅੱਜ ਤੱਕ ਅਸੀਂ ਉਹਨੂੰ ਭਲਾ ਕਰਕੇ ਮੰਨਿਆ? ਜੇ ਸਵਾਲ ਇਹ ਕਰੀਏ ਕਿ ਗੁਰੂ ਦੀ ਚਾਲ ਤੇ ਕਿਵੇਂ ਚੱਲਣਾ ਹੈ, ਗੁਰੂ ਵਰਗੇ ਕਿਵੇਂ ਬਣਨਾ ਹੈ, ਔਰ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਨੂੰ ਸਮਝਾਇਆ ਹੈ, ਕੇਵਲ ਗੁਰੂ ਵਰਗੇ ਨਹੀਂ, ਜਪਣ ਵਾਲੇ ਤੇ ਰੱਬ ਵਰਗੇ ਬਣ ਜਾਂਦੇ ਨੇ, ਔਰ ਕੇਵਲ ਵਰਗੇ ਨਹੀਂ, ਉਹਨਾਂ ਵਿੱਚ ਤੇ ਰੱਬ ਵਿੱਚ ਫਰਕ ਵੀ ਨਹੀਂ ਰਹਿੰਦਾ। ਜਿਨ ਹਰ ਜਪਿਆ ਸੇ ਹਰ ਹੋਏ, ਕਿਉਂਕਿ ਗੁਰੂ ਦੀ ਚਾਲ ਦੇ ਨਾਲ ਚਾਲ ਰਲਾ ਕੇ ਚੱਲਣੀ ਹੈ ਨਾ। ਸਤਿਗੁਰੂ ਜੀ ਕਹਿੰਦੇ ਨੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਕਥਾ ਨਿਰਾਲੀ ਤੋਂ ਭਾਵ ਜੀਵਨ ਜਿਹੜਾ ਵੱਖਰਾ ਹੋ ਜਾਏਗਾ, ਨਿਰਾਲਾ, ਬਿਲਕੁਲ ਨਿਰਮਲ ਤੇ ਸਾਫ, ਔਰ ਬਿਲਕੁਲ ਜਿਨ੍ਹਾਂ ਦੇ ਅੰਦਰ ਦੀ ਮੈਲ ਨਿਕਲ ਜਾਂਦੀ ਹੈ,
ਉਹਨਾਂ ਦਾ ਦੁਨੀਆ ਦੇ ਨਾਲੋਂ ਜੀਵਨ ਵੱਖਰਾ ਹੁੰਦਾ, ਜਿਹਨੂੰ ਭਗਤ ਸਾਹਿਬ ਜੀ ਵੀ ਕਹਿੰਦੇ ਨੇ ਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਕਿਉਂਕਿ ਉਹ ਬਿਲਕੁਲ ਸੰਸਾਰ ਦੇ ਨਾਲੋਂ ਵੱਖਰੇ ਹੁੰਦੇ ਨੇ। ਸੰਸਾਰ ਦੀ ਸੋਚ ਵੱਖਰੀ ਹੁੰਦੀ ਹੈ, ਪਰ ਭਗਤਾਂ ਦੀ ਚਾਲ ਨਿਰਾਲੀ ਹੈ। ਇੱਥੇ ਗੁਰੂ ਸਾਹਿਬ ਨੇ ਸ਼ਬਦ ਕਥਾ ਵਰਤਿਆ, ਕਥਾ ਨਿਰਾਲੀ, ਉਹਨਾਂ ਦਾ ਜੀਵਨ ਨਿਰਾਲਾ ਹੋ ਜਾਂਦਾ ਹੈ। ਰਹਾਉ ਹਰ ਕੇ ਸੰਤ ਸੁਣੋ ਜਨ ਪਹਾਈ, ਗੁਰ ਸੇਵੋ ਬੇਗ ਬੇਗਾਲੀ। ਹੁਣ ਸਤਿਗੁਰੂ ਜੀ ਨੇ ਇੱਥੇ ਕਿਰਪਾ ਕੀਤੀ। ਹਰ ਕੇ ਸੰਤ ਕਿਹਨੂੰ ਕਿਹਾ? ਸਾਨੂੰ ਆਵਾਜ਼ ਮਾਰ ਕੇ ਕਿਹਾ, ਸੁਣੋ ਜਨ ਭਾਈ, ਹੇ ਰੱਬ ਦੇ ਸੰਤ ਜਣੋ ਭਰਾਵੋ ਸੁਣੋ। ਪੂਰੇ ਸੰਤ ਸ਼ਬਦ ਜਦੋਂ ਆਉਂਦਾ ਨਾ, ਬੜੇ ਸਵਾਲ ਉੱਠਦੇ ਨੇ, ਔਰ ਖਾਸ ਕਰਕੇ ਜਿਹੜੇ ਚੋਲਿਆਂ ਵਾਲੇ ਸੰਤ ਦੇ ਪਿੱਛੇ ਪਏ ਹੁੰਦੇ ਨੇ, ਉਹ ਤੇ ਸਵਾਲ ਜ਼ਰੂਰ ਕਰਦੇ ਨੇ ਕਿ ਗੁਰਬਾਣੀ ਸੰਤਾਂ ਨੂੰ ਮੰਨਦੀ ਹੈ? ਔਰ ਗੁਰੂ ਸਾਹਿਬ ਜੀ ਜੇ ਕਹਿ ਰਹੇ ਨੇ ਤਾਂ ਮਤਲਬ ਮੰਨਦੀ ਹੈ, ਬਿਲਕੁਲ ਮੰਨਦੀ, ਕਿਉਂਕਿ ਗੁਰੂ ਸਾਹਿਬ ਤੇ ਗੁਰੂ ਦੀ ਬਾਣੀ ਤੇ ਬਣਾਉਂਦੀ ਸੰਤ ਹੈ। ਪਰ ਸੰਤ ਚੋਲਾ ਨਹੀਂ। ਬੜੀ ਵਾਰੀ ਬੇਨਤੀ ਕੀਤੀ, ਸੰਤ ਮਾਂ ਹੋ ਸਕਦੀ ਹੈ, ਸੰਤ ਘਰ ਵਾਲੇ ਵੀ ਹੋ ਸਕਦੀ, ਸੰਤ ਧੀ ਵੀ ਹੋ ਸਕਦੀ, ਪੁੱਤਰ ਵੀ ਹੋ ਸਕਦਾ ਹੈ। ਉਹ ਸੰਤ ਇੱਕ ਟਰੱਕ ਚਲਾਉਣ ਵਾਲਾ ਟਰੱਕ ਡਰਾਈਵਰ ਵੀ ਹੋ ਸਕਦਾ ਹੈ, ਕਿਉਂਕਿ ਸੰਤ ਚੋਲੇ ਦਾ ਨਾਂ ਨਹੀਂ, ਸੰਤ ਗੁਣ ਹੈ। ਹੁਣ ਸਤਿਗੁਰੂ ਜੀ ਕਹਿੰਦੇ ਨੇ, ਜਪਣ ਵਾਲੇ ਸੰਤ ਜਣੋ ਭਰਾਵੋ ਸੁਣੋ। ਹਰ ਕੇ ਸੰਤ ਸੁਣੋ ਜਨ ਭਾਈ। ਜੇ ਸਮਝ ਲੱਗ ਗਈ ਨਾ, ਕਹਿੰਦੇ ਗੁਰ ਸੇਵੋ, ਗੁਰੂ ਦਾ ਸਿਮਰਨ ਕਰੋ। ਜੋ ਗੁਰੂ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨਣਾ ਸ਼ੁਰੂ ਕਰ ਦਿਓ। ਔਰ ਨਾਲੇ ਕਹਿੰਦੇ ਨੇ ਗੁਰ ਸੇਵੋ ਬੇਗ ਬੇਗਾਲੀ। ਬੇਗ ਬੇਗਾਲੇ ਦਾ ਅਰਥ ਹੁੰਦਾ ਕਿ ਛੇਤੀ ਛੇਤੀ। ਸਾਨੂੰ ਤਾਂ ਲੱਗਦਾ ਕਿ ਅਜੇ 50 ਸਾਲ ਦੀ ਹੋਈ ਹੈ, ਜੇ 50 ਨਹੀਂ ਤਾਂ 30 ਸਾਲ ਤੇ ਪੱਕੇ ਹੋਰ ਨੇ। ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਪਤਾ ਨਹੀਂ ਅਗਲਾ ਸਵਾਸ ਹੋਣਾ ਕਿ ਨਹੀਂ। ਇਹਨੂੰ ਟਾਲ ਮਟੋਲਾ ਨਾ ਕਰੀ, ਛੇਤੀ ਸਿਮਰੀ, ਜਿਹਨੂੰ ਬਾਬਾ ਕਬੀਰ ਜੀ ਕਹਿੰਦੇ ਨੇ, ਕਬੀਰ ਕਾਲ ਕਰੰਤਾ ਅਬਹਿ ਕਰ, ਅਬ ਕਰਤਾ ਸੋਏ ਤਾਲ। ਕਿਉਂਕਿ ਕਹਿੰਦੇ ਨੇ ਪਾਛੇ ਕਛੂ ਨਾ ਹੋਏਗਾ, ਜੋ ਸਿਰ ਪਰ ਆਵੇ ਕਾਲ। ਤੇ ਇਹ ਕਾਲ ਰੱਬ ਹੀ ਜਾਣਦਾ ਕਦੋਂ ਆਉਣਾ ਹੈ, ਇਹ ਕਿਸੇ ਦਾ ਬੰਨਿਆ ਹੋਇਆ ਨਹੀਂ। ਹਮ ਆਦਮੀ ਹਾਂ ਏਕਦਮੀ, ਮੁਹਲਤ ਮੁਹਤ ਨਾ ਜਾਣਾ। ਸਤਿਗੁਰੂ ਜੀ ਕਹਿੰਦੇ ਨੇ ਵੀ ਛੇਤੀ ਨਾਲ ਫਿਰ ਸਿਮਰਨਾ ਸ਼ੁਰੂ ਕਰ ਦੇ, ਉਹਦੇ ਗੁਣਾਂ ਨੂੰ ਗਾਉਣਾ ਸ਼ੁਰੂ ਕਰ। ਜੋ ਗੁਰੂ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨਣਾ ਸ਼ੁਰੂ ਕਰ। ਸਤਿਗੁਰ ਸੇਵ ਖਰਚ ਹਰ ਬੰਦ ਹੋ, ਮਤ ਜਾਣੋ ਅੱਜ ਕੇ ਕਾਲੀ। ਅੱਜ ਕਾਲੀ ਦਾ ਭਾਵ ਅਰਥ ਕੇ ਟਾਲ ਮਟੋਲਾ ਨਾ ਕਰੀ। ਸਿਮਰਨ ਕਰ, ਨਾਮ ਦਾ ਖਰਚਾ ਪੱਲੇ ਬੰਨ। ਕਿ ਦੇਖੋ ਜਿਵੇਂ ਕਿਤੇ ਜਾਣਾ ਹੋਵੇ, ਖਰਚਾ ਹਰ ਕੋਈ ਬੰਨ ਕੇ ਚੱਲਦਾ ਹੈ, ਔਰ ਖਰਚਾ ਕਿਸੇ ਵੀ ਤਰ੍ਹਾਂ ਦਾ ਕੇਵਲ ਰੁਪਈਏ ਪੈਸੇ ਦਾ ਨਹੀਂ। ਜੇ ਜਾਣਾ ਹੋਵੇ, ਸਾਨੂੰ ਪਤਾ ਕਿ 2 ਦਿਨ ਲੱਗਣੇ ਨੇ, 4 ਦਿਨ ਲੱਗਣੇ ਨੇ, ਫਿਰ ਉਹਨਾਂ ਕੋ ਖਰਚਾ ਉਹ ਕੱਪੜੇ ਲੀੜੇ ਨਾਲ ਬੰਨ ਕੇ ਤੁਰਦੇ ਆ। ਔਰ ਗੁਰੂ ਸਾਹਿਬ ਜੀ ਕਹਿੰਦੇ ਨੇ ਇਸ ਜੀਵਨ ਦੇ ਸਫ਼ਰ ਵਿੱਚ ਚੱਲਿਆ, ਜੇ ਚਾਹੁੰਦਾ ਕਿ ਜੀਵਨ ਸੌਖਾ ਨਿਕਲੇ, ਫਿਰ ਇਹ ਗੁਰੂ ਦੇ ਦੱਸੇ ਹੋਏ ਇਹ ਗੁਣ ਖਰਚ ਬੰਨ, ਇਹਨੂੰ ਪੱਲੇ ਨਾਲ ਬੰਨ ਕੇ ਚੱਲ। ਸਤਿਗੁਰ ਸੇਵ ਖਰਚ ਹਰ ਬੰਦ ਹੋ, ਮਤ ਜਾਣੋ ਆਜ ਕੇ ਕਾਲੀ। ਗੁਰੂ ਸਾਹਿਬ ਜੀ ਅੱਗੇ ਫਿਰ ਕਹਿੰਦੇ ਨੇ, ਹਰ ਕੇ ਸੰਤ ਜਪੋ ਹਰ ਜਪਣਾ, ਸੰਤ ਚਲੈ ਹਰ ਨਾਲੀ। ਸੰਤ ਸ਼ਬਦ ਇਸ ਕਰਕੇ ਵਰਤਿਆ, ਕਹਿੰਦੇ ਸੰਤ ਚੱਲਿਆ ਹਰ ਨਾਲੀ, ਕਿਉਂਕਿ ਸੰਤ ਆਪਣੇ ਹਰੀ ਦੇ ਗੁਰੂ ਦੇ ਨਾਲ ਨਾਲ ਚੱਲਦੇ ਨੇ। ਜੋ ਗੁਰ ਕਹੇ ਸੋ ਭਲਾ ਕਰ ਮਾਨੋ, ਉਹ ਭਲਾ ਕਰਕੇ ਮੰਨਦੇ ਨੇ। ਜਿਹਨੂੰ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਸੰਤ ਜਨ ਨੇ, ਜਿਹੜੇ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਨੇ, ਗੁਰੂ ਦੀ ਮਰਿਆਦਾ ਤੇ ਚੱਲਦੇ ਨੇ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕਲਾਲੀ। ਜਿਨ੍ਹਾਂ ਨੇ ਜਪਿਆ ਉਹ ਹਰੀ ਦੇ ਰੂਪ ਹੋ ਗਏ। ਤੇ ਕੇਲ ਕਲਾਲੇ ਦਾ ਅਰਥ ਹੈ ਖੇਡਾ ਕਰਨ ਵਾਲਾ, ਚੋਜੀ ਪ੍ਰੀਤਮ ਉਹਨਾਂ ਨੂੰ ਮਿਲਦਾ ਵੀ ਹੈ। ਹਰ ਹਰ ਜਪਣ ਜਪ ਲੋਚਨ ਚਾਨੇ, ਹਰ ਕਿਰਪਾ ਕਰ ਬਨਵਾਲੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਅਖੀਰਲੀ ਪੰਕਤੀ 'ਚ ਅਰਦਾਸ ਬੇਨਤੀ ਕਰਦੇ ਨੇ
ਕਿ ਹਰ ਹਰ ਜਪਣ ਜਪ ਲੋਚ ਲੁਚਾਨੀ। ਸਾਡੇ ਅੰਦਰ ਵੀ ਉਸ ਹਰੀ ਪ੍ਰਮਾਤਮਾ ਨੂੰ ਜਪਣ ਦੀ ਇੱਕ ਤਾਂਘ ਹੈ, ਲੋਚਾ ਹੈ। ਹਰ ਕਿਰਪਾ ਕਰ ਬਨਵਾਲੀ, ਇਸ ਕਰਕੇ ਸਾਡੇ ਤੇ ਕਿਰਪਾ ਕਰ। ਬਨਵਾਲੀ ਇਸ ਬਨ ਦੇ ਮਾਲੀ, ਸੰਸਾਰ ਦੇ ਮਾਲਕ ਰੱਬ ਜੀ ਸਾਡੇ ਤੇ ਕਿਰਪਾ ਕਰੋ। ਲੋਚਾ ਤੇ ਹੈ, ਇਹ ਲੋਚਾ ਪੂਰੀ ਕਰੋ ਕਿ ਨਾਮ ਨੂੰ ਜਪ ਸਕੀਏ। ਅਖੀਰ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਜਨ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪਗਰਾਲੀ। ਇਹ ਅਰਦਾਸ ਬੇਨਤੀ ਹੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਨੇ, ਇਸ ਰਾਹ ਤੇ ਚੱਲ ਸਕੀਏ ਤੇ ਸਾਡੀ ਅਰਦਾਸ ਬੇਨਤੀ ਸਾਨੂੰ ਸੰਗਤ ਦੇ ਵਿੱਚ ਮਿਲਾ ਲਓ, ਜਪਣ ਵਾਲਿਆਂ ਦੀ ਸੰਗਤ ਬਖਸ਼ੋ। ਹਮ ਸਾਧ ਜਨਾ ਪਗਰਾਲੇ, ਕੇ ਜਪਣ ਵਾਲਿਆਂ ਦੀ ਸੰਗਤ ਕਰਕੇ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਬਣ ਸਕੀਏ। ਚਰਨਾਂ ਦੀ ਧੂੜ ਦਾ ਭਾਵ ਅਰਥ ਸਾਡੇ ਅੰਦਰੋਂ ਨਿਮਰਤਾ ਆ ਜਾਏ। ਸਤਿਗੁਰੂ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਦੀ ਖਿਮਾ। ਆਓ ਇੱਕ ਦੋ ਵਾਰ ਰਸਨਾ ਨੂੰ ਕਰੀਏ ਪਵਿੱਤਰ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ